सत श्री अकाल प्यारे बच्चों, क्रिएटिव गुरु जी ਤੁਹਾਡਾ स्वागत है। प्लीज़ सब्सक्राइब द चैनल एंड हिट द बैल आइकन फॉर लेटेस्ट वीडियो नोटिफिकेशन। ਅਸੀਂ अपनी 12th क्लास ਦੀ ਫਿਜ਼ਿਕਸ ਸਟਾਰਟ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਨ ਲੱਗੇ ਹਾਂ ਆਪਣੀ ਪਹਿਲੀ ਯੂਨਿਟ 1 ਇਲੈਕਟ੍ਰੋਸਟੈਟਿਕ। ਇਲੈਕਟ੍ਰੋਸਟੈਟਿਕ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਇਲੈਕਟ੍ਰੋ ਐਂਡ ਸਟੈਟਿਕਸ। ਇਲੈਕਟ੍ਰੋ ਦਾ ਮਤਲਬ ਹੁੰਦਾ ਹੈ ਚਾਰਜ ਅਤੇ ਸਟੈਟਿਕ ਦਾ ਮਤਲਬ ਹੁੰਦਾ ਹੈ ਰੈਸਟ। ਅਗਰ ਅਸੀਂ ਪ੍ਰੋਪਰ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਕਹਿ ਸਕਦੇ ਹਾਂ, the branch of physics which deals with the static electricity or charge at rest। ਇਸ ਦਾ ਮਤਲਬ ਕੀ ਹੋਇਆ, ਅਸੀਂ ਚਾਰਜ ਦੀ ਸਟੱਡੀ ਕਰਨੀ ਹੈ ਰੈਸਟ ਪੋਜੀਸ਼ਨ ਦੇ ਉੱਤੇ। ਇਸ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਇਲੈਕਟ੍ਰੋਸਟੈਟਿਕ deals with the study of forces, fields and potentials arising from static charges। ਇਲੈਕਟ੍ਰੋਸਟੈਟਿਕ ਡੀਲ ਕਰਦੀ ਹੈ ਸਟੱਡੀ ਆਫ ਫੋਰਸਿਸ ਦੀ, ਫੀਲਡਸ ਤੇ ਪੋਟੈਂਸ਼ੀਅਲਸ ਦੀ, ਜਿਹੜੇ ਕਿ ਸਟੈਟਿਕ ਚਾਰਜ ਤੋਂ ਮਤਲਬ ਰੈਸਟ ਪੋਜੀਸ਼ਨ ਦੇ ਉੱਤੇ ਪਏ ਚਾਰਜ ਤੋਂ ਡਿਵੈਲਪ ਹੁੰਦਾ ਹੈ। ਇਸ ਦੇ ਨਾਲ ਹੀ ਕੁਝ ਬੇਸਿਕ ਜਿਹੀਆਂ ਟਰਮ ਤੇ ਵੀ ਨਜ਼ਰ ਮਾਰ ਲੈਂਦੇ ਹਾਂ। ਫ੍ਰਿਕਸ਼ਨਲ ਇਲੈਕਟ੍ਰਿਸਿਟੀ, the electricity developed on objects when they are rubbed with each other is called frictional electricity। friction ਦਾ ਮਤਲਬ ਕੀ ਹੁੰਦਾ ਹੈ, ਰਗੜ। ਅਸੀਂ ਪਹਿਲਾਂ ਵੀ ਕਲਾਸ 11ਵੀਂ ਵਿੱਚ ਜਾਂ ਛੋਟੀਆਂ ਕਲਾਸਾਂ ਵਿੱਚ ਵੀ ਇਹ ਵਰਡ ਸੁਣਿਆ ਜਾਂ ਪੜ੍ਹਿਆ ਹੋਵੇਗਾ। ਫ੍ਰਿਕਸ਼ਨ ਇਲੈਕਟ੍ਰਿਸਿਟੀ ਦਾ ਮਤਲਬ ਕੀ ਹੋਇਆ ਕਿ ਜਦੋਂ ਇਲੈਕਟ੍ਰਿਸਿਟੀ ਕਿਸੇ ਵਸਤੂ ਦੇ ਰਗੜਨ ਤੋਂ ਪੈਦਾ ਹੁੰਦੀ ਹੈ। ਠੀਕ ਹੈ, ਫ੍ਰਿਕਸ਼ਨ ਇਲੈਕਟ੍ਰਿਸਿਟੀ ਦਾ ਮਤਲਬ ਕੀ ਹੋਇਆ, ਜਦੋਂ ਕਿ ਇਲੈਕਟ੍ਰਿਸਿਟੀ ਕਿਸੇ ਵਸਤੂ ਦੇ ਰਗੜਨ ਕਾਰਨ, ਰਗੜ ਵੱਲ ਕਾਰਨ ਪੈਦਾ ਹੁੰਦੀ ਹੈ। Now move to kind of charge। ਚਾਰਜ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਫਿਰ ਵੀ ਥੋੜੀ ਜਿਹੀ ਨਜ਼ਰ ਮਾਰ ਲੈਂਦੇ ਹਾਂ। When glass is rubbed with silk, silk is also found to be electrically charged। It is found that the nature of charge on silk is opposite to that of glass rod। ਜਦੋਂ ਗਲਾਸ ਰੋਡ ਨੂੰ ਸਿਲਕ ਨਾਲ ਰਬ ਕੀਤਾ ਜਾਂਦਾ ਹੈ ਤਾਂ ਸਿਲਕ ਚਾਰਜਿਤ ਹੋ ਜਾਂਦੀ ਹੈ। ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਸਿਲਕ ਉੱਤੇ ਆਏ ਚਾਰਜ ਦਾ ਸੁਭਾਅ ਗਲਾਸ ਰੋਡ ਉੱਤੇ ਆਏ ਚਾਰਜ ਦੇ ਸੁਭਾਅ ਤੋਂ opposite ਹੁੰਦਾ ਹੈ। Thus we can say that when glass rod is rubbed with silk, the glass rod become positively charged and silk become negatively charged। ਇਸ ਲਈ ਜਦੋਂ ਗਲਾਸ ਨੂੰ ਸਿਲਕ ਨਾਲ ਰਬ ਕਰਦੇ ਹਾਂ ਤਾਂ ਗਲਾਸ ਉੱਤੇ ਪੋਜ਼ਿਟਿਵ ਚਾਰਜ ਆ ਜਾਂਦਾ ਹੈ ਤੇ ਸਿਲਕ ਉੱਤੇ ਨੈਗੇਟਿਵ ਚਾਰਜ ਆ ਜਾਂਦਾ ਹੈ। If we talk about charge by induction, if a charged body is brought near a neutral body, the nearer side of the neutral body become oppositely charged because of free distribution of charge in this body। ਜਦੋਂ ਇੱਕ ਚਾਰਜ ਕੀਤੀ ਹੋਈ ਬੋਡੀ ਨੂੰ ਇੱਕ ਨਿਊਟਰਲ ਬੋਡੀ ਜਿਸ ਦੇ ਉੱਤੇ ਕੋਈ ਚਾਰਜ ਨਹੀਂ ਹੈ ਉਸ ਦੇ ਕੋਲ ਲੈ ਕੇ ਆਉਂਦੇ ਹਾਂ ਤਾਂ ਨਿਊਟਰਲ ਬੋਡੀ ਦੀ ਜਿਹੜੀ ਸਾਈਡ ਚਾਰਜ ਬੋਡੀ ਦੇ ਕੋਲ ਹੁੰਦੀ ਹੈ ਤਾਂ ਉਸ ਉੱਤੇ ਆਪੋਜ਼ਿਟ ਚਾਰਜ ਆ ਜਾਂਦਾ ਹੈ, ਜਿਸ ਤਰ੍ਹਾਂ ਤੁਸੀਂ ਇਸ ਡਾਇਗਰਾਮ ਵਿੱਚ ਦੇਖ ਰਹੇ ਹੋ। The charge appearing because of this redistribution are called induced charge। ਇਸ ਤਰ੍ਹਾਂ ਆਉਣ ਵਾਲੇ ਜਾਂ ਪੈਦਾ ਹੋਣ ਵਾਲੇ ਚਾਰਜ ਨੂੰ ਅਸੀਂ ਕਿਹੜੇ ਚਾਰਜ ਕਹਿੰਦੇ ਆ, ਇੰਡਿਊਸਡ ਚਾਰਜ ਕਹਿੰਦੇ ਹਾਂ। From above experiment it is clear that charge are of two type, first one positive charge and second one negative charge। Now we can define the term electric charge। Electric charge is defined as a basic and characteristics property of elementary particle of matter in terms of which certain forces and interaction energies may be defined। ਇਲੈਕਟ੍ਰਿਕ ਚਾਰਜ ਬੇਸਿਕ ਤੇ ਕਰੈਕਟਰਿਸਟਿਕ ਪ੍ਰੋਪਰਟੀ ਹੈ ਐਲੀਮੈਂਟਰੀ ਪਾਰਟੀਕਲ ਦੀ, ਜਿਸ ਦੇ ਨਾਲ ਅਸੀਂ ਕੁਝ ਫੋਰਸਿਸ ਜਾਂ ਇੰਟਰੈਕਸ਼ਨਸ એનર્ਜੀ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ। ਓਕੇ, or we can say that the additional property of proton and electron which give rise to electric force between them is called electric charge। ਪ੍ਰੋਟੋਨ ਤੇ ਇਲੈਕਟ੍ਰੋਨ ਦੀ ਐਡੀਸ਼ਨਲ ਪ੍ਰੋਪਰਟੀ ਹੈ ਜਿਸ ਦੇ ਨਾਲ ਇਹਨਾਂ ਦੋਵਾਂ ਵਿਚਲੀ ਫੋਰਸਿਸ ਨੂੰ ਦੱਸਦੇ ਆ, ਉਸ ਨੂੰ ਕੀ ਕਹਿੰਦੇ ਆ, ਇਲੈਕਟ੍ਰਿਕ ਚਾਰਜ ਕਹਿੰਦੇ ਆ। ਓਕੇ, ਨਾਓ ਵੀ ਕੈਨ ਟਾਕ ਅਬਾਊਟ ਇਲੈਕਟ੍ਰਿਕ ਚਾਰਜ ਇਜ਼ ਸਕੇਲਰ ਔਰ ਫਿਜ਼ੀਕਲ ਕੁਆਂਟੀਟੀ। ਇਟ ਇਜ਼ ਅ ਸਕੇਲਰ ਕੁਆਂਟੀਟੀ। ਇਲੈਕਟ੍ਰਿਕ ਚਾਰਜ ਦਾ ਸਿਰਫ ਮੈਗਨੀਟਿਊਡ ਹੁੰਦਾ ਹੈ, ਇਸ ਲਈ ਇਹ ਇੱਕ ਸਕੇਲਰ ਕੁਆਂਟੀਟੀ ਹੈ। ਠੀਕ ਹੈ, ਜਿਸ ਦਾ ਸਿਰਫ ਮੈਗਨੀਟਿਊਡ ਹੁੰਦਾ ਹੈ ਉਹ ਸਕੇਲਰ ਕੁਆਂਟੀਟੀ ਹੁੰਦੀ ਹੈ। ਜਿਸ ਦਾ ਮੈਗਨੀਟਿਊਡ ਤੇ ਡਾਇਰੈਕਸ਼ਨ ਦੋਨੋਂ ਹੀ ਹੁੰਦਾ ਹੈ ਉਸ ਨੂੰ ਆਪਾਂ ਕੀ ਕਹਿੰਦੇ ਆ, ਵੈਕਟਰ ਕੁਆਂਟੀਟੀ ਕਹਿੰਦੇ ਆ। ਚਾਰਜ ਦਾ ਸਿਰਫ ਕੀ ਹੁੰਦਾ ਹੈ, ਮੈਗਨੀਟਿਊਡ ਹੁੰਦਾ ਹੈ, ਇਸ ਲਈ ਇਹ ਇੱਕ ਕੀ ਹੈ, ਸਕੇਲਰ ਕੁਆਂਟੀਟੀ ਹੈ। ਜੇਕਰ ਇਸ ਦੀ ਐਸਆਈ ਯੂਨਿਟ ਦੀ ਗੱਲ ਕਰੀਏ ਤਾਂ ਐਸਆਈ ਯੂਨਿਟ ਕੀ ਹੁੰਦੀ ਹੈ, ਕੂਲਮ ਹੁੰਦੀ ਹੈ। ਦਾ ਐਸਆਈ ਯੂਨਿਟ ਇਜ਼ ਕੂਲਮ। ਜੇ ਅਸੀਂ ਗੱਲ ਕਰੀਏ ਪ੍ਰੋਟੋਨ ਅਤੇ ਇਲੈਕਟ੍ਰੋਨ ਦੇ ਉੱਤੇ ਕਿੰਨਾ ਚਾਰਜ ਹੁੰਦਾ ਹੈ, ਔਰ ਪ੍ਰੋਟੋਨ possess positive charge plus C while an electron possess an equal negative charge minus C, where E equals to 1.6 into 10 raised to power minus 19 coulomb। Now move to the properties of electric charge। First one, like charge repel each other and unlike charge attract each other। मतलब ਪੋਜ਼ਿਟਿਵ ਜਾਂ ਨੈਗੇਟਿਵ ਚਾਰਜ ਇੱਕ ਦੂਜੇ ਨੂੰ ਰਿਪੈਲ ਕਰੂੰਗੇ, ਪੋਜ਼ਿਟਿਵ ਨੈਗੇਟਿਵ ਚਾਰਜ ਇੱਕ ਦੂਜੇ ਨੂੰ ਅਟਰੈਕਟ ਕਰੂੰਗੇ।
ਇਹ ਸੇਮ ਉਸੇ ਤਰ੍ਹਾਂ ਬਿਹੇਵ ਕਰਦੇ ਆ ਜਿਸ ਤਰ੍ਹਾਂ ਮੈਗਨੇਟ ਦੇ ਦੋ ਪੋਲ ਬਿਹੇਵ ਕਰਦੇ ਹੁੰਦੇ। ਜੇ ਮੈਗਨੇਟ ਦੇ ਦੋ ਪੋਲ ਸਾਊਥ ਪੋਲ ਨੂੰ ਇੱਕ ਦੂਜੇ ਦੇ ਕੋਲ ਲੈ ਕੇ ਆਓ ਉਹ ਰਿਪੈਲ ਕਰੂੰਗੇ, ਨਾਰਥ ਪੋਲ ਦੇ ਕੋਲ ਲੈ ਕੇ ਆਓ ਉਹ ਰਿਪੈਲ ਕਰੂੰਗੇ। ਜੇ ਸਾਊਥ ਪੋਲ ਤੇ ਨਾਰਥ ਪੋਲ ਨੂੰ ਇੱਕ ਦੂਜੇ ਦੇ ਕੋਲ ਲੈ ਕੇ ਆਉਂਗੇ ਉਹ ਅਟਰੈਕਟ ਕਰੂੰਗੇ। ਇਸੇ ਤਰ੍ਹਾਂ ਜੇ ਪੋਜ਼ਿਟਿਵ ਚਾਰਜ ਇੱਕ ਦੂਜੇ ਦੇ ਕੋਲ ਆਉਂਗੇ ਉਹ ਰਿਪੈਲ ਕਰੂੰਗੇ, ਨੈਗੇਟਿਵ ਚਾਰਜ ਇੱਕ ਦੂਜੇ ਦੇ ਕੋਲ ਆਉਂਗੇ ਉਹ ਰਿਪੈਲ ਕਰੂੰਗੇ, ਤੇ ਪੋਜ਼ਿਟਿਵ ਚਾਰਜ ਇੱਕ ਦੂਜੇ ਦੇ ਕੋਲ ਆਉਂਗੇ ਤਾਂ ਉਹ ਕੀ ਕਰੂੰਗੇ, ਅਟਰੈਕਟ ਕਰੂੰਗੇ। Second property, the magnitude of elementary negative or positive charge is same and is equal to 1.6 into 10 raised to power minus 19 coulomb। ਜਿਹੜਾ ਮੈਗਨੀਟਿਊਡ ਹੁੰਦਾ ਹੈ ਚਾਹੇ ਉਹ ਪੋਜ਼ਿਟਿਵ ਚਾਰਜ ਹੈ ਚਾਹੇ ਉਹ ਨੈਗੇਟਿਵ ਚਾਰਜ ਹੈ ਉਹ ਸੇਮ ਹੋਊਗਾ। ਕਿਹਦੇ ਇਕੁਅਲ ਆਊਗਾ, 1.6 into 10 raised to power minus 19 coulomb ਦੇ। Third property, the electric charge additive in nature। Fourth property, the charge is quantized, that is Q equals to plus minus Ne। Fifth property, the electric charge of a system is always conserved। Third, fourth ਤੇ fifth property ਨੂੰ ਅਸੀਂ ਅੱਗੇ explain ਕਰਾਂਗੇ ਤੇ ਸਮਝਾਂਗੇ। ਪੇਪਰ ਦੇ point of view ਦੇ ਨਾਲ ਵੀ ਇਹ ਬਹੁਤ important property ਹੈ ਤੇ ਇਹਨਾਂ ਦਾ question ਵੀ exam ਵਿੱਚ ਕਾਫੀ ਵਾਰ ਆਉਂਦਾ ਹੈ। Sixth property, the electric charge of an object is not affected by the motion of the object। Seventh property, latest theoretical model requires new particles called quark which carry plus minus 1/3 or plus minus 2/3 electric charge which are present inside protons and neutrons। These models also predict that quarks do not exist singly, therefore they do not violate the statement of the law of quantization of charge। Now we can explain the important properties of electric charge, additive nature of charge। The total electric charge on an object is equal to the algebraic sum of all electric charge distributed on the different part of the objects। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਟੋਟਲ ਇਲੈਕਟ੍ਰਿਕ ਚਾਰਜ ਹੈ ਕਿਸੇ ਵੀ ਆਬਜੈਕਟ ਦੇ ਉੱਤੇ ਉਹ ਸਾਰੇ ਇਲੈਕਟ੍ਰਿਕ ਚਾਰਜ ਦਾ ਸਮ ਹੋਊਗਾ ਜਿਹੜੇ ਵੀ ਉਸ ਆਬਜੈਕਟ ਦੇ ਜਿਹੜੇ ਪਾਰਟ ਦੇ ਉੱਤੇ ਵੀ ਚਾਰਜ ਪਿਆ ਹੈ। If Q1, Q2, Q3 are electric charge present on different parts of the object, then total electric charge on an object Q equals to Q1 plus Q2 plus Q3। ਮੰਨ ਲਓ ਕਿ ਆਬਜੈਕਟ ਦੇ ਵੱਖਰੇ ਭਾਗਾਂ ਦੇ ਉੱਤੇ Q1, Q2, Q3 up to so on ਇਹ ਚਾਰਜ ਪ੍ਰੈਜ਼ੈਂਟ ਹੈ। ਜੇ ਅਸੀਂ ਇਸ ਆਬਜੈਕਟ ਦੇ ਟੋਟਲ ਚਾਰਜ ਨੂੰ ਦੇਖਣਾ ਹੋਵੇ ਤਾਂ ਕੀ ਆਊਗਾ, Q equals to ਇਹਨਾਂ ਸਾਰੇ ਚਾਰਜਸ ਦਾ ਸਮ, Q equals to Q1, Q2, Q3 up to so on। Now move to the next property, quantization of charge। It means that charge on a body is not continuous but it is discrete or quantized। The fact that all observable charges are always some integral multiple of electric charge E is known as quantization of charge। Mathematically, Q equals to plus minus Ne। ਇਸ ਦਾ ਮਤਲਬ ਇਹ ਹੈ ਕਿ ਕਿਸੇ ਵੀ ਬੋਡੀ ਦੇ ਉੱਤੇ ਜਿਹੜਾ ਚਾਰਜ ਹੈ ਕੰਟੀਨਿਊਸ ਨਹੀਂ ਹੁੰਦਾ, ਉਹ ਬੰਡਲਸ ਦੇ ਵਿੱਚ, ਪੈਕਟਸ ਦੇ ਵਿੱਚ ਹੁੰਦਾ ਹੈ। ਠੀਕ ਹੈ, ਤਾਂ ਚਾਰਜ ਜਿਹੜਾ ਇਕੁਅਲ ਹੋਊਗਾ ਇੰਟੈਗਰਲ ਮਲਟੀਪਲ ਆਫ ਐਲੀਮੈਂਟਰੀ ਚਾਰਜ ਦੇ। ਠੀਕ ਹੈ, Q ਇਕੁਅਲ ਟੂ ਪਲਸ ਮਾਈਨਸ Ne। Q ਕੀ ਆ ਗਿਆ, ਚਾਰਜ, N ਕੀ ਆ ਗਿਆ, ਇੰਟੈਗਰਲ ਮਲਟੀਪਲ ਆ ਗਿਆ, ਤੇ E ਕੀ ਆ ਗਿਆ, ਐਲੀਮੈਂਟਰੀ ਚਾਰਜ, ਜਿਸ ਦੀ ਵੈਲਿਊ ਸਾਨੂੰ ਪਤਾ ਕੀ ਹੁੰਦੀ ਹੈ ਇਨ ਮੈਗਨੀਟਿਊਡਸ ਦੇ ਵਿੱਚ 1.6 into 10 raised to power minus 19 coulomb। Now move to the next property, conservation of charge statement। It states that for an isolated system, the net charge always remains constant। मतलब ਕੀ ਹੋਇਆ ਕਿ ਇੱਕ isolated system ਦੇ ਲਈ ਜਿਹੜਾ net charge ਹੈ, ਕੁੱਲ charge ਹੈ, total charge ਹੈ, ਉਹ ਹਮੇਸ਼ਾ ਕੀ ਰਹੂਗਾ, constant ਰਹੂਗਾ, ਬਰਾਬਰ ਰਹੂਗਾ। Or in other words, charge can neither be created nor be destroyed। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਚਾਰਜ ਨੂੰ ਨਾ ਤਾਂ ਅਸੀਂ ਕ੍ਰੀਏਟ ਕਰ ਸਕਦੇ ਹਾਂ ਨਾ ਅਸੀਂ ਡਿਸਟਰੋਏ ਕਰ ਸਕਦੇ ਹਾਂ। ਹੁਣ ਐਗਜ਼ਾਮਪਲ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਫਸਟ ਵਨ, ਇਨ all nuclear transformation the proton number is found to remain unchanged। in nuclear fission of uranium by neutron, barium, krypton and 3 neutron are produced along with liberation of energy। ਰਿਐਕਸ਼ਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਨਿਊਟਰਨ ਯੂਰੇਨੀਅਮ ਦੇ ਉੱਤੇ ਸਟਰਾਈਕ ਕਰਨ ਤੇ ਬੇਰੀਅਮ, ਕ੍ਰਿਪਟਨ ਅਤੇ 3 ਨਿਊਟਰਨ ਪੈਦਾ ਕਰਦਾ ਹੈ ਤੇ ਇਸ ਦੇ ਨਾਲ એનર્ਜੀ ਨਿਕਲ ਰਹੀ ਹੈ। ਹੁਣ ਜੇ ਅਸੀਂ ਰਿਐਕਸ਼ਨ ਦੇ ਵਿੱਚ ਪਹਿਲਾ ਮਤਲਬ ਨਿਊਟਰਨ ਅਤੇ ਯੂਰੇਨੀਅਮ ਦੇ ਵਿੱਚ ਪ੍ਰੋਟੋਨ ਨੰਬਰ ਨੂੰ ਦੇਖੀਏ ਅਤੇ ਬਾਅਦ ਵਿੱਚ ਬੇਰੀਅਮ, ਕ੍ਰਿਪਟਨ ਦੇ ਵਿੱਚ ਪ੍ਰੋਟੋਨ ਨੰਬਰ ਨੂੰ ਦੇਖੀਏ, ਇਸ ਤੋਂ ਸਾਨੂੰ ਕਲੀਅਰ ਹੋ ਜਾਵੇਗਾ ਕਿ ਜਿਹੜਾ ਚਾਰਜ ਹੈ ਉਹ ਦੋਨਾਂ ਦੇ ਵਿੱਚ ਕੀ ਹੈ, ਕਨਸਟੈਂਟ ਹੈ। ਪ੍ਰੋਟੋਨ ਨੰਬਰ ਬਿਫੋਰ ਫਿਜ਼ਨ, ਜੇ ਅਸੀਂ ਪਹਿਲਾਂ ਦੇਖੀਏ ਤਾਂ ਨਿਊਟਰਨ ਦੇ ਵਿੱਚ 0 ਪ੍ਰੋਟੋਨ ਹੈ ਤੇ ਯੂਰੇਨੀਅਮ ਦੇ ਵਿੱਚ 92 ਪ੍ਰੋਟੋਨ ਹੈ। 0 plus 92 equals to 92। ਅਤੇ ਰਿਐਕਸ਼ਨ ਤੋਂ ਬਾਅਦ ਦੇਖੀਏ ਤਾਂ ਬੇਰੀਅਮ ਦੇ ਵਿੱਚ 56 ਪ੍ਰੋਟੋਨ ਨੰਬਰ ਹੈ ਅਤੇ ਕ੍ਰਿਪਟਨ ਦੇ ਵਿੱਚ 36 ਹੈ।
प्रोटॉन नंबर आफ्टर फिजन इक्वल्स टू किहदे आ जाऊंगा 56 प्लस 36 प्लस 0 क्योंकि न्यूट्रॉन दे विच कोई प्रोटॉन नंबर नहीं है, तो इक्वल्स टू किहदे आ गया 92 एज द नंबर ऑफ प्रोटॉन इन द डिके रिमेन्स सेम। रिएक्शन तो पहला भी इस दे विच 92 प्रोटॉन सी ते रिएक्शन तो बाद भी इस दे विच 92 प्रोटॉन ही है। इस तो क्लियर हुंदा है कि जिहड़ा चार्ज है वो की है कांस्टेंट है, सेम है। देयरफॉर इन द डिके चार्ज रिमेन्स कांस्टेंट। Second one, annihilation of matter if positron and an electron combine to produce a gamma ray photon. E positive plus E negative equals to gamma. Pair production a gamma rays photon materializes into an electron and positron pair. Gamma equals to E negative plus E positive are two important nuclear phenomena. इसका मतलब की होया, चाहे पॉजिट्रॉन ते इलेक्ट्रॉन तो गामा रेस फोटोन बने ਜਾਂ ਗਾਮਾ ਰੇਸ ਫੋਟੋਨ ਤੋਂ ਪੋਜ਼ਿਟਰੋਨ ਦਾ ਇਲੈਕਟ੍ਰੋਨ ਬਣੇ, ਪ੍ਰੋਸੈਸ ਸੇਮ ਹੈ, ਕਾਂਸਟੈਂਟ ਹੈ। ਠੀਕ ਹੈ, ਇਸ ਦੇ ਵਿੱਚ ਵੀ ਕੀ ਹੋਇਆ ਕਿ ਟੋਟਲ ਸਿਸਟਮ ਜਿਹੜਾ ਚਾਰਜ ਦਾ ਉਹ ਕੀ ਹੈ, ਕਾਂਸਟੈਂਟ ਰਹਿੰਦਾ ਹੈ। ਓਕੇ, ਨਾਓ ਵੀ ਕੰਪੇਅਰ ਦਾ ਪ੍ਰੋਪਰਟੀਜ਼ ਆਫ ਇਲੈਕਟ੍ਰਿਕ ਚਾਰਜ ਐਂਡ ਮਾਸ। ਇਲੈਕਟ੍ਰਿਕ ਚਾਰਜ, ਮਾਸ। ਫਰਸਟ ਵਨ, ਇਲੈਕਟ੍ਰਿਕ ਚਾਰਜ ਮੇ ਬੀ ਪੋਜ਼ਿਟਿਵ, ਨੈਗੇਟਿਵ ਔਰ ਜ਼ੀਰੋ। ਇਲੈਕਟ੍ਰਿਕ ਚਾਰਜ ਹੈ ਕਿਸੇ ਵੀ ਬੋਡੀ ਦਾ, ਉਹ ਪੋਜ਼ਿਟਿਵ ਵੀ ਹੋ ਸਕਦਾ ਹੈ, ਨੈਗੇਟਿਵ ਵੀ ਹੋ ਸਕਦਾ ਹੈ ਤੇ ਜ਼ੀਰੋ ਵੀ ਹੋ ਸਕਦਾ ਹੈ। ਮਾਸ ਆਫ ਏ ਬੋਡੀ ਇਜ਼ ਏ ਪੋਜ਼ਿਟਿਵ ਕੁਆਂਟਿਟੀ। ਕਿਸੇ ਵੀ ਬੋਡੀ ਦਾ ਮਾਸ ਪੋਜ਼ਿਟਿਵ ਹੀ ਹੋਊਗਾ, ਨਾ ਉਹ ਨੈਗੇਟਿਵ ਹੋ ਸਕਦਾ ਨਾ ਉਹ ਜ਼ੀਰੋ ਹੋ ਸਕਦਾ ਹੈ। ਸੈਕੰਡ ਪ੍ਰੋਪਰਟੀ, ਚਾਰਜ ਕੈਰੀਡ ਬਾਈ ਏ ਬੋਡੀ ਡਜ਼ ਨੋਟ ਡਿਪੈਂਡ ਅਪਨ ਵੈਲੋਸਿਟੀ ਆਫ ਦਾ ਬੋਡੀ। ਕਿਸੇ ਵੀ ਬੋਡੀ ਦੇ ਉੱਤੇ ਪਿਆ ਚਾਰਜ ਉਸ ਬੋਡੀ ਦੀ ਵੈਲੋਸਿਟੀ ਦੇ ਉੱਤੇ ਡਿਪੈਂਡ ਨਹੀਂ ਕਰਦਾ। ਮਾਸ ਆਫ ਏ ਬੋਡੀ ਇਨਕਰੀਜ਼ਿਜ਼ ਵਿਦ ਇਟਸ ਵੈਲੋਸਿਟੀ। ਜਦੋਂ ਕਿ ਮਾਸ ਜਿਹੜਾ ਹੈ ਬੋਡੀ ਦਾ ਉਹ ਇਨਕਰੀਜ਼ ਕਰੂਗਾ ਇਸ ਦੀ ਵੈਲੋਸਿਟੀ ਦੇ ਇਨਕਰੀਜ਼ ਕਰਨ ਦੇ ਨਾਲ। ਐਜ਼ m ਇਕੁਅਲਸ ਟੂ m0 ਅਪਨ √1 ਮਾਈਨਸ v ਸਕੁਅਰ ਅਪਨ c ਸਕੁਅਰ, where c is the velocity of light in vacuum, m is the mass of the body moving with velocity v and m0 is the rest mass of the body। ਇਸ ਫਾਰਮੂਲੇ ਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਕਿਸੇ ਬੋਡੀ ਦੀ ਵੈਲੋਸਿਟੀ ਇਨਕਰੀਜ਼ ਹੋਊਗੀ ਤਾਂ ਉਸ ਦਾ ਮਾਸ ਵੀ ਕੀ ਇਨਕਰੀਜ਼ ਹੋਵੇਗਾ। ਥਰਡ ਪ੍ਰੋਪਰਟੀ, ਚਾਰਜ ਇਜ਼ ਕੁਆਂਟਾਈਜ਼ਡ। The quantized nature of mass is yet to be established। ਜਿਹੜਾ ਮਾਸ ਦਾ ਕੁਆਂਟਾਈਜ਼ ਨੇਚਰ ਹੈ ਉਹ ਹੁਣ ਤੱਕ ਐਸਟੈਬਲਿਸ਼ ਨਹੀਂ ਹੋਇਆ, ਹੋ ਸਕਦਾ ਹੈ ਅੱਗੇ। ਠੀਕ ਹੈ। फोर्थ, इलैक्ट्रिक चार्ज इज ऑलवेज कंजर्व्ड। ਜਿਹੜਾ ਇਲੈਕਟ੍ਰਿਕ ਚਾਰਜ ਹੈ ਹਮੇਸ਼ਾ ਕੰਜ਼ਰਵ ਹੁੰਦਾ ਹੈ, ਅਸੀਂ ਐਕਸਪਲੇਨ ਕਰ ਚੁੱਕੇ ਹਾਂ ਇਹਨੂੰ। ਠੀਕ ਹੈ। ਮਾਸ ਇਜ਼ ਨੋਟ ਕੰਜ਼ਰਵਡ ਐਟ ਇਟ ਕੈਨ ਬੀ ਚੇਂਜਡ ਇਨਟੂ એનર્ਜੀ ਐਂਡ ਵਾਈਸ ਵਰਸ। ਮਾਸ ਜਿਹੜਾ ਆ ਉਹ ਕੰਜ਼ਰਵ ਨਹੀਂ ਹੁੰਦਾ, ਮਾਸ ਤੇ એનર્ਜੀ ਇੱਕ ਦੂਜੇ ਦੇ ਵਿੱਚ ਐਕਸਚੇਂਜ ਹੁੰਦੇ ਰਹਿੰਦੇ ਆ। ਫਿਫਥ ਪ੍ਰੋਪਰਟੀ, ਫੋਰਸ ਬਿਟਵੀਨ ਚਾਰਜ ਕੈਨ ਬੀ ਅਟਰੈਕਟਿਵ ਔਰ ਰਿਪਲਸਿਵ ਅਕੋਰਡਿੰਗ ਐਜ਼ ਚਾਰਜ ਆਰ ਅਨਲਾਈਕ ਔਰ ਲਾਈਕ ਚਾਰਜ। ਜੇ ਚਾਰਜ ਸੇਮ ਹੋਏ ਤਾਂ ਚਾਰਜ ਇੱਕ ਦੂਜੇ ਨੂੰ ਕੀ ਕਰੂਗੇ, ਰਿਪੈਲ ਕਰੂਗੇ, ਤਾਂ ਉਹਦੇ ਵਿੱਚ ਫੋਰਸ ਕਿਹੜੀ ਆ ਜਾਣੀ, ਰਿਪਲਸਿਵ ਨੇਚਰ ਦੀ। ਜੇ ਚਾਰਜ ਆਪੋਜ਼ਿਟ ਹੋਏ ਤਾਂ ਉਹ ਕੀ ਕਰੂਗੇ, ਇੱਕ ਦੂਜੇ ਨੂੰ ਅਟਰੈਕਟ ਕਰੂਗੇ, ਤਾਂ ਉਹਦੇ ਵਿੱਚ ਫੋਰਸ ਕਿਹੜੀ ਆ ਜਾਣੀ, ਅਟਰੈਕਟਿਵ ਨੇਚਰ ਦੀ। ਦਾ ਗ੍ਰੈਵੀਟੇਸ਼ਨਲ ਫੋਰਸ ਬਿਟਵੀਨ ਟੂ ਮਾਸਿਸ ਇਜ਼ ਆਲਵੇਜ਼ ਅਟਰੈਕਟਿਵ। ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੁੰਦੀ ਹੈ ਦੋ ਮਾਸਾਸ ਦੀ, ਉਹ ਹਮੇਸ਼ਾ ਕੀ ਹੋਊਗੀ, ਅਟਰੈਕਟਿਵ ਨੇਚਰ ਦੀ ਹੋਊਗੀ। ਓਕੇ, in this video or lecture we introduce the chapter and we also learn about electric charge, kind of charge, properties of electric charge and comparison the property of electric charge and mass. That's all about this topic. I hope you will understand today's topic in this lecture. Don't forget to hit the like button and share this video. Subscribe to the channel, keep hard work and make parents' name shine.